DRG Kids। कहानी लालच बुरी बला है। ਇਹ ਕਹਾਣੀ ਬਿਹਾਰ ਦੇ ਇੱਕ ਪਿੰਡ ਅਕੋੜੇ ਦੀ ਹੈ। ਇਹ ਇੱਕ ਸੋਹਣਾ ਜਿਹਾ ਪਿੰਡ ਹੈ ਤੇ ਇਥੋਂ ਦੇ ਲੋਕ ਵੀ ਬੜੇ ਹੀ ਦਿਲਚਸਪ ਨੇ। ਉਸੇ ਪਿੰਡ ਵਿੱਚ ਦੋ ਦੋਸਤ ਵੀ ਰਹਿੰਦੇ ਨੇ ਜਿਨ੍ਹਾਂ ਦਾ ਨਾਮ ਹੈ ਹਰੀ ਲਾਲ ਤੇ ਭੋਲਾ ਪ੍ਰਸਾਦ। ਦੋਵੇਂ ਬੜੇ ਹੀ ਚੰਗੇ ਦੋਸਤ ਨੇ। ਹਰੀ ਲਾਲ ਮੋਚੀ ਦਾ ਕੰਮ ਕਰਦਾ ਹੈ ਤੇ ਭੋਲਾ ਪ੍ਰਸਾਦ ਧੋਬੀ ਦਾ ਕੰਮ ਕਰਦਾ ਹੈ। ਦੋਵੇਂ ਕੰਮ ਤੋਂ ਥੱਕ ਕੇ ਆਉਣ ਤੋਂ ਬਾਅਦ ਰੋਜ਼ ਰਾਤ ਨੂੰ ਪਿੰਡ ਦੇ ਇੱਕ ਪਿੱਪਲ ਦੇ ਦਰਖਤ ਥੱਲੇ ਬੈਠ ਕੇ ਇੱਧਰ ਉੱਧਰ ਦੀਆਂ ਗੱਪਾਂ ਮਾਰਦੇ ਹਨ। ਹਰੀ ਲਾਲ ਤੇ ਭੋਲਾ ਪ੍ਰਸਾਦ ਦੋਵਾਂ ਦੀਆਂ ਵਹੁਟੀਆਂ ਉਹਨਾਂ ਕੋਲੋਂ ਖੁਸ਼ ਨਹੀਂ ਸੀ। ਉਹ ਗੱਲ-ਗੱਲ ਤੇ ਗੁੱਸਾ ਕਰਦੀਆਂ ਸੀ ਤੇ ਗੱਲ-ਗੱਲ ਤੇ ਘਰ ਛੱਡ ਕੇ ਚਲੀਆਂ ਜਾਂਦੀਆਂ ਸੀ। ਹਮੇਸ਼ਾ ਦੀ ਤਰ੍ਹਾਂ ਇੱਕ ਰਾਤ ਹਰੀ ਲਾਲ ਤੇ ਭੋਲਾ ਪ੍ਰਸਾਦ ਗੱਪਸ਼ਪ ਕਰਨ ਦੇ ਲਈ ਪਿੱਪਲ ਦੇ ਦਰਖਤ ਦੇ ਥੱਲੇ ਬੈਠੇ ਹੋਏ ਸੀ। ਦੋਵਾਂ ਨੇ ਬਹਿ ਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਹਰੀ ਲਾਲ, ਅਸੀਂ ਦੋਵੇਂ ਕਿੰਨੇ ਦਿਨਾਂ ਤੋਂ ਇਸ ਪਿੱਪਲ ਦੇ ਦਰਖਤ ਦੇ ਹੇਠਾਂ ਬੈਠੇ ਹੋ ਰਹੇ ਨੇ, ਪਰ ਤੂੰ ਕੀ ਇਸ ਦਰਖਤ ਦੇ ਹੇਠਾਂ ਇੱਕ ਅਜੀਬ ਜਿਹੀ ਗੱਲ ਗੌਰ ਕੀਤੀ ਆ ਕਿ ਇੱਕ ਹਫ਼ਤੇ ਪਹਿਲਾਂ ਇੱਥੇ 6 ਪੱਥਰ ਹੁੰਦੇ ਸੀ ਪਰ ਅੱਜ ਤੇ 7 ਪੱਥਰ ਨੇ। ਇਹ ਗੱਲ ਤਾਂ ਤੂੰ ਬਿਲਕੁਲ ਸਹੀ ਕਹੀ। ਇਹ ਸਭ ਛੱਡ ਭੋਲਾ ਪ੍ਰਸਾਦ, ਇਹ ਦੱਸ ਕਿ ਤੇਰਾ ਦਿਨ ਕਿਵੇਂ ਦਾ ਸੀ? ਕਿਤੇ ਤੂੰ ਫਿਰ ਕੱਪੜੇ ਧੋਂਦੇ ਪਾੜ ਤਾਂ ਨਹੀਂ ਦਿੱਤੇ ਨਾ? ਹਾਂ ਉਹ ਨਹੀਂ, ਅੱਜ ਐਦਾਂ ਦਾ ਕੁਝ ਵੀ ਨਹੀਂ ਹੋਇਆ। ਤੂੰ ਦੱਸ, ਕਿੱਥੇ ਤੂੰ ਫਿਰ ਕਿਸੇ ਦੀਆਂ ਜੁੱਤੀਆਂ ਤੇ ਖਰਾਬ ਨਹੀਂ ਕਰ ਦਿੱਤੀਆਂ ਨਾ? ਨਹੀਂ, ਅੱਜ ਸਿਰਫ ਮੇਰੀ ਦੁਕਾਨ ਤੇ 2 ਗ੍ਰਾਹਕ ਆਏ ਸੀ। ਪੂਰੇ ਦਿਨ ਅੱਜ ਸਿਰਫ 5 ਰੁਪਏ ਕਮਾਏ ਨੇ ਮੈਂ। ਏਦਾਂ ਹੀ ਚੱਲਦਾ ਰਿਹਾ ਤਾਂ ਜੀਣਾ ਮੁਸ਼ਕਿਲ ਹੋ ਜਾਏਗਾ। ਇਹੀ ਹਾਲ ਮੇਰਾ ਵੀ ਹੈ। ਗਾਹਕ ਨਾਲੋਂ ਜ਼ਿਆਦਾ ਆਪਣੇ ਘਰ ਦੇ ਕੱਪੜੇ ਧੋਣੇ ਪੈਂਦੇ ਨੇ ਮੈਨੂੰ। ਯਾਰ ਮੈਂ ਥੱਕ ਚੁੱਕਾ ਐਸੀ ਜ਼ਿੰਦਗੀ ਤੋਂ। ਹਾਂ, ਸਾਨੂੰ ਕੁਝ ਨਾ ਕੁਝ ਤਾਂ ਕਰਨਾ ਪਏਗਾ ਜਿਹਦੇ ਨਾਲ ਸਾਡੀ ਕਿਸਮਤ ਬਦਲ ਜਾਏ। ਕੁਝ ਐਸਾ ਕਿ ਜਿਹਦੇ ਨਾਲ ਅਸੀਂ ਪੈਸੇ ਵਾਲੇ ਹੋ ਜਾਈਏ ਤੇ ਸਾਡੇ ਕੋਲ ਵਾਧੂ ਧਨ ਦੌਲਤ ਹੋਵੇ। ਮੇਰੇ ਕੋਲ ਇੱਕ ਤਰਕੀਬ ਹੈ ਹਰੀ ਲਾਲ। ਤੂੰ ਰਾਜਾ ਠਾਕੁਰ ਦੇ ਬਾਰੇ ਵਿੱਚ ਤੇ ਜਾਣਦਾ ਹੀ ਹੈ ਨਾ? ਹਾਂ ਜਾਣਦਾ ਹਾਂ। ਉਸ ਦਾ ਕੀ ਤੈਨੂੰ ਪਤਾ ਹੈ ਉਹ ਰਾਤੋਂ ਰਾਤ ਅਮੀਰ ਕਿਵੇਂ ਬਣ ਗਿਆ? ਨਹੀਂ ਪਤਾ, ਦੱਸ ਕਿਵੇਂ ਹੋਇਆ? ਕਾਲਾ ਜਾਦੂ। ਕਾਲਾ ਜਾਦੂ? ਇਹ ਕੀ ਕਹਿੰਦਾ ਪਿਆ? ਐਵੇਂ ਤਾਂ ਕੁਝ ਨਹੀਂ ਹੁੰਦਾ। ਹੁੰਦਾ ਹੈ ਵੀਰੇ। ਅੱਜ ਉਹ ਕਿੰਨਾ ਅਮੀਰ ਤੇ ਦੌਲਤਮੰਦ ਹੈ ਕਿਉਂਕਿ ਉਹਨੇ ਕਾਲੇ ਜਾਦੂ ਦਾ ਇਸਤੇਮਾਲ ਕੀਤਾ ਹੈ। ਪਹਿਲੇ ਉਹਦੇ ਕੋਲ ਕੁਝ ਨਹੀਂ ਸੀ। ਉਹ ਬਿਲਕੁਲ ਸਾਡੀ ਤਰ੍ਹਾਂ ਗਰੀਬ ਤੇ ਲਾਚਾਰ ਸੀ। ਪਰ ਜਦੋਂ ਤਾਂ ਉਹ ਬਾਬਾ ਚਮਤਕਾਰੀ ਦੇ ਆਸ਼ਰਮ ਵਿੱਚ ਗਿਆ ਹੈ, ਦੀ ਕਿਸਮਤ ਚਮਕ ਗਈ ਹੈ। ਹਾਂ, ਬਾਬਾ ਚਮਤਕਾਰੀ? ਹਾਂ ਹਰੀ ਲਾਲ, ਬਾਬਾ ਚਮਤਕਾਰੀ ਜੋ ਕਾਲੇ ਜਾਦੂ ਵਿੱਚ ਮਾਹਿਰ ਹੈ। ਮੈਂ ਉਹਦੇ ਬਾਰੇ ਵਿੱਚ ਜ਼ਿਆਦਾ ਤੇ ਨਹੀਂ ਜਾਣਦਾ, ਪਰ ਇੰਨਾ ਜਾਣਦਾ ਕਿ ਉਹ ਸਾਨੂੰ ਕਿੱਥੇ ਮਿਲੂਗਾ। ਕਿੱਥੇ? ਜੰਗਲ ਵਿੱਚ ਇੱਕ ਗੁਫਾ ਦੇ ਅੰਦਰ। ਚੱਲ ਤੇ ਫਿਰ ਦੇਰ ਕਿਹੜੀ ਗੱਲ ਦੀ, ਚੱਲਦੇ ਆਂ। ਦੂਸਰੇ ਦਿਨ ਹਰੀ ਲਾਲ ਤੇ ਭੋਲਾ ਪ੍ਰਸਾਦ ਸ਼ਾਮ ਦੇ ਵੇਲੇ ਬਾਬਾ ਚਮਤਕਾਰੀ ਦੇ ਕੋਲ ਜਾਣ ਦੇ ਲਈ ਨਿਕਲ ਪੈਂਦੇ ਨੇ। ਦੋਵੇਂ ਤੁਰਦੇ ਜੰਗਲ ਦੇ ਅੰਦਰ ਤੱਕ ਚਲੇ ਜਾਂਦੇ ਨੇ। ਜੰਗਲ ਦੇ ਅੰਦਰ ਘੁੱਪ ਹਨੇਰਾ ਹੁੰਦਾ ਹੈ। ਭੇੜੀਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ। ਦੋਵੇਂ ਬੜੇ ਡਰ ਜਾਂਦੇ ਨੇ, ਪਰ ਕਿਸੇ ਤਰ੍ਹਾਂ ਹਿੰਮਤ ਕਰਕੇ ਉਹ ਅੱਗੇ ਵਧਦੇ ਨੇ। ਥੋੜੀ ਦੂਰ ਤੁਰਨ ਦੇ ਬਾਅਦ ਉਹਨਾਂ ਨੂੰ ਇੱਕ ਗੁਫਾ ਦਿਸਦੀ ਹੈ। ਉਹ ਦੋਵੇਂ ਹਿੰਮਤ ਕਰਕੇ ਗੁਫਾ ਦੇ ਅੰਦਰ ਚਲੇ ਜਾਂਦੇ ਨੇ ਤੇ ਵੇਖਦੇ ਨੇ ਕਿ ਸਾਹਮਣੇ ਬਾਬਾ ਚਮਤਕਾਰੀ ਸਮਾਧੀ ਲਾ ਕੇ ਬੈਠੇ ਹੋਏ ਨੇ। ਦੋਵੇਂ ਉਹਨਾਂ ਦੇ ਕੋਲ ਜਾਂਦੇ ਨੇ ਤੇ ਕਹਿੰਦੇ ਨੇ, ਬਾਬਾ ਅਸੀਂ ਤੁਹਾਡੀ ਸ਼ਰਨ 'ਚ ਆਏ ਨੇ, ਸਾਡਾ ਭਲਾ ਕਰੋ ਬਾਬਾ। ਕੌਣ ਹੋ ਤੁਸੀਂ ਦੋਵੇਂ ਤੇ ਇੱਥੇ ਆਉਣ ਦੀ ਤੁਹਾਡੀ ਵਜ੍ਹਾ ਕੀ ਹੈ? ਬਾਬਾ ਜੀ, ਮੇਰਾ ਨਾਮ ਹੈ ਹਰੀ ਲਾਲ ਤੇ ਇਹਦਾ ਨਾਮ ਹੈ ਭੋਲਾ ਪ੍ਰਸਾਦ। ਅਸੀਂ ਦੋਵਾਂ ਨੇ ਪੈਸੇ ਵਾਲੇ ਤੇ ਅਮੀਰ ਬਣਨਾ ਹੈ ਬਾਬਾ। ਹਾਂ ਬਾਬਾ, ਅਸੀਂ ਬੜੇ ਦਿਨਾਂ ਤੋਂ ਇਹ ਗਰੀਬੀ ਦੀ ਜ਼ਿੰਦਗੀ ਬਿਤਾ ਰਹੇ ਨੇ ਤੇ ਇਸੇ ਵਜ੍ਹਾ ਕਰਕੇ ਸਾਡੀ ਜਨਾਨੀਆਂ ਵੀ ਸਾਡੇ ਕੋਲੋਂ ਖੁਸ਼ ਨਹੀਂ ਰਹਿੰਦੀਆਂ। ਕੁਝ ਕਰੋ ਬਾਬਾ, ਕੁਝ ਕਰੋ। ਵੇਖੋ, ਮੈਂ ਤੁਹਾਡੀ ਮਦਦ ਕਰ ਸਕਣਾ, ਪਰ ਤੁਹਾਨੂੰ ਉਸ ਦੇ ਬਦਲੇ ਮੈਨੂੰ ਕੁਝ ਦੇਣਾ ਪਊਗਾ। ਬਾਬਾ, ਤੁਹਾਨੂੰ ਜੋ ਕੁਝ ਵੀ ਚਾਹੀਦਾ ਹੈ ਅਸੀਂ ਤੁਹਾਨੂੰ ਦੇ ਦੇਵਾਂਗੇ, ਬਸ ਸਾਨੂੰ ਅਮੀਰ ਬਣਾ ਦਿਓ। ਠੀਕ ਹੈ,
ਪਰ ਉਹਦੇ ਵਿੱਚੋਂ ਥੋੜਾ ਪੈਸਾ ਤੁਹਾਨੂੰ ਮੈਨੂੰ ਦੇਣਾ ਪਊਗਾ। ਹਾਂ ਬਾਬਾ ਜੀ, ਜੋ ਤੁਹਾਡਾ ਹੁਕਮ। ਮੈਂ ਆਪਣੇ ਕਾਲੇ ਜਾਦੂ ਨਾਲ ਤੁਹਾਨੂੰ ਅਮੀਰ ਬਣਾ ਦਊਂਗਾ। ਉਸ ਦੇ ਲਈ ਤੁਹਾਨੂੰ ਇੱਕ ਕੰਮ ਕਰਨਾ ਪਊਗਾ। ਤੁਹਾਨੂੰ 3 ਨਿੰਬੂ, ਕੁਝ ਕਟੇ ਵਾਲ ਤੇ ਲਾਲ ਕੱਪੜੇ ਦੀ ਲੋੜ ਪਊਗੀ। ਉਸ ਦੇ ਬਾਅਦ ਇੱਕ ਵੱਡੇ ਪੀਪਲ ਦੇ ਦਰਖਤ ਦੇ ਹੇਠਾਂ ਇਸ ਸਾਮਗਰੀ ਨੂੰ ਰੱਖ ਦਿਓ ਤੇ ਹੱਥ ਜੋੜ ਕੇ ਮੰਤਰ ਪੜਿਓ ਕਿ ਐ ਕਾਲੇ ਜਾਦੂ ਦੇ ਜਿੰਨ, ਸਾਡੀ ਇੱਛਾ ਪੂਰੀ ਕਰੋ ਤੇ ਖੱਡਾ ਖੋਦਣਾ ਸ਼ੁਰੂ ਕਰ ਦਿਓ। ਫਿਰ ਉਸ ਤੋਂ ਬਾਅਦ ਉਸ ਖੱਡੇ ਵਿੱਚੋਂ ਜਿੰਨ ਬਾਹਰ ਆਊਗਾ ਤੇ ਤੁਹਾਡੀ ਇੱਛਾ ਪੂਰੀ ਕਰੂਗਾ। ਬਾਬਾ ਜੀ, ਸਾਨੂੰ ਪਿੱਪਲ ਦਾ ਦਰਖਤ ਕਿੱਥੇ ਮਿਲੂਗਾ? ਉਹ ਪੀਪਲ ਦਾ ਦਰਖਤ ਤੁਹਾਨੂੰ ਪਿੰਡ ਦੇ ਬਿਲਕੁਲ ਵਿਚਕਾਰ ਮਿਲੂਗਾ। ਹੁਣ ਜਾਓ, ਮੇਰੇ ਆਰਾਮ ਦਾ ਵੇਲ ਹੋ ਗਿਆ ਹੈ। ਜੀ ਬਾਬਾ ਜੀ। ਜੀ ਬਾਬਾ ਜੀ। ਹਰੀ ਲਾਲ ਤੇ ਭੋਲਾ ਪ੍ਰਸਾਦ ਖੁਸ਼ ਹੋ ਕੇ ਉਸ ਗੁਫਾ ਤੋਂ ਬਾਹਰ ਨਿਕਲਦੇ ਹਨ ਤੇ ਆਪਣੇ ਆਪਣੇ ਘਰ ਚਲੇ ਜਾਂਦੇ ਹਨ। ਹਰੀ ਲਾਲ ਤੇ ਭੋਲਾ ਪ੍ਰਸਾਦ ਜਦੋਂ ਘਰ ਪਹੁੰਚਦੇ ਹਨ ਤਾਂ ਆਪਣੀਆਂ ਆਪਣੀਆਂ ਵਹੁਟੀਆਂ ਨੂੰ ਕਹਿੰਦੇ ਹਨ, ਓ ਭਗਵਾਨੇ, ਕੱਲ ਤੋਂ ਸਾਡਾ ਨਸੀਬ ਖੁੱਲਣ ਵਾਲਾ ਹੈ। ਅਸੀਂ ਅਮੀਰ ਹੋਣ ਵਾਲੇ ਨੇ ਤੇ ਹੁਣ ਸਾਨੂੰ ਕਿਸੇ ਕੋਲੋਂ ਉਧਾਰ ਵੀ ਲੈਣਾ ਨਹੀਂ ਪਊਗਾ। ਹੈ ਨਾ ਚੰਗੀ ਗੱਲ? ਹਾ, ਤੂੰ ਇਹਨੂੰ ਵੱਡਾ ਚਮਤਕਾਰ ਹੀ ਸਮਝ ਲੈ। ਕੱਲ ਤੋਂ ਹਰ ਖਾਹਿਸ਼ ਮੈਂ ਤੇਰੀ ਪੂਰੀ ਕਰਾਂਗਾ। ਜੋ ਬੋਲੇਗੀ ਉਹੀ ਲਿਆ ਕੇ ਦਵਾਂਗਾ ਤੈਨੂੰ। ਏਦਾਂ ਹੀ ਹਰੀ ਲਾਲ ਆਪਣੀ ਵਹੁਟੀ ਨੂੰ ਕਹਿੰਦਾ ਹੈ, ਸੁਣਦੀ ਐ, ਕੱਲ ਤੋਂ ਬੇਸਵਾਦ ਖਾਣਾ ਨਹੀਂ ਖਾਣ ਵਾਲਾ। ਕੱਲ ਤੋਂ ਸਾਡੇ ਘਰ ਇੱਥੇ ਸ਼ਾਹੀ ਪਕਵਾਨ ਬਣਨਗੇ। ਨਾਲੇ ਤੈਨੂੰ ਕੌਣ ਬਣਾਉਣ ਦੀ ਕਹਿ ਰਿਹਾ ਏ? ਕੱਲ ਤੋਂ ਸਾਡੇ ਘਰ ਰਸੋਈਆ ਆਵੇਗਾ। ਹੁਣ ਤੋਂ ਸਾਨੂੰ ਕਦੀ ਵੀ ਪਕਵਾਨ ਖਾਣ ਤੋਂ ਪਹਿਲਾਂ ਸੋਚਣਾ ਨਹੀਂ ਪਏਗਾ। ਬਸ ਤੂੰ ਵੇਖਦੀ ਜਾ। ਦੂਸਰੇ ਦਿਨ ਸ਼ਾਮ ਦੇ ਵੇਲੇ ਦੋਵੇਂ ਹੀ ਕਾਲੇ ਜਾਦੂ ਦੀ ਸਮੱਗਰੀ ਨੂੰ ਇਕੱਠਾ ਕਰਨ ਵਿੱਚ ਜੁਟ ਜਾਂਦੇ ਹਨ ਤੇ ਰਾਤ ਹੁੰਦੇ ਹੀ ਪਿੱਪਲ ਦੇ ਦਰਖਤ ਦੇ ਕੋਲ ਚਲੇ ਜਾਂਦੇ ਹਨ। ਦਰਖਤ ਦੇ ਥੱਲੇ ਦੋਵੇਂ ਜਾਣੇ ਖੜੇ ਹੋ ਕੇ ਕਹਿੰਦੇ ਹਨ, ਯਾਰ ਭੋਲਿਆ, ਸਾਰੀ ਸਮੱਗਰੀ ਅਸੀਂ ਲਿਆਂਦੀ ਆ, ਬਸ ਹੁਣ ਪੁੱਟਣਾ ਸ਼ੁਰੂ ਕਰਦੇ ਆ। ਹਰੀ ਲਾਲ ਤੇ ਭੋਲਾ ਪ੍ਰਸਾਦ ਸਮੱਗਰੀ ਨੂੰ ਦਰਖਤ ਦੇ ਹੇਠਾਂ ਰੱਖਦੇ ਹਨ ਤੇ ਉਹਦੇ ਨੇੜੇ ਹੀ ਟੋਇਆ ਪੁੱਟਣਾ ਸ਼ੁਰੂ ਕਰ ਦਿੰਦੇ ਹਨ। ਦੋਵੇਂ ਬੜੀ ਦੇਰ ਤੱਕ ਟੋਇਆ ਪੁੱਟਦੇ ਰਹਿੰਦੇ ਹਨ। 4 ਫੁੱਟ ਡੂੰਘਾ ਟੋਇਆ ਪੁੱਟਣ ਤੋਂ ਬਾਅਦ ਦੋਵਾਂ ਦੇ ਹੱਥ ਕੁਝ ਵੀ ਨਹੀਂ ਲੱਗਦਾ ਤੇ ਦੋਵੇਂ ਨਿਰਾਸ਼ ਹੋ ਜਾਂਦੇ ਹਨ ਤੇ ਫਿਰ ਭੋਲਾ ਹਰੀ ਨੂੰ ਕਹਿੰਦਾ ਹੈ, ਸ਼ਾਇਦ ਉਸ ਬਾਬਾ ਚਮਤਕਾਰੀ ਨੇ ਸਾਨੂੰ ਦੋਵਾਂ ਨੂੰ ਬੇਵਕੂਫ ਬਣਾਇਆ ਹੈ। ਇੱਥੇ ਕੋਈ ਜਿੰਨ ਜਾਂ ਖਜ਼ਾਨਾ ਨਹੀਂ ਹੈ। ਹਾਂ, ਸ਼ਾਇਦ ਰਾਜਾ ਠਾਕੁਰ ਦੀਆਂ ਗੱਲਾਂ ਝੂਠ ਨੇ ਤੇ ਅਫਵਾਹ ਨੇ, ਪਰ ਸਾਨੂੰ ਥੋੜੀ ਦੇਰ ਹੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੋਵੇਂ ਫੇਰ ਤੋਂ ਟੋਇਆ ਪੁੱਟਣਾ ਸ਼ੁਰੂ ਕਰ ਦਿੰਦੇ ਹਨ ਤੇ ਥੋੜੀ ਦੇਰ ਹੋਰ ਪੁੱਟਦੇ ਉਹਨਾਂ ਨੂੰ ਇੱਕ ਖਜ਼ਾਨੇ ਦਾ ਬਕਸਾ ਮਿਲਦਾ ਹੈ ਤੇ ਖਜ਼ਾਨੇ ਦੇ ਬਿਲਕੁਲ ਨੇੜੇ ਹੀ ਰੱਖਿਆ ਹੁੰਦਾ ਹੈ ਇੱਕ ਚਿਰਾਗ। ਦੋਵੇਂ ਇੱਕ ਦੂਜੇ ਵੱਲ ਵੇਖਦੇ ਹਨ ਤੇ ਖੁਸ਼ੀ ਨਾਲ ਝੂਮ ਉੱਠਦੇ ਹਨ। ਹਰੀ ਲਾਲ ਤੇ ਭੋਲਾ ਪ੍ਰਸਾਦ ਦੋਵੇਂ ਉਸ ਖਜ਼ਾਨੇ ਦੇ ਬਕਸੇ ਨੂੰ ਬਾਹਰ ਕੱਢਦੇ ਹਨ ਤੇ ਉਸ ਚਿਰਾਗ ਨੂੰ ਵੀ। ਕੀ ਸਾਨੂੰ ਇਹਨੂੰ ਖੋਲਣਾ ਚਾਹੀਦਾ ਏ? ਹਾਂ, ਮੈਂ ਪੈਸੇ ਵਾਲਾ ਬੰਨਾ ਹੈ, ਭਾਵੇਂ ਕੁਝ ਵੀ ਹੋ ਜਾਓ। ਹਰੀ ਲਾਲ ਅੱਗੇ ਵੱਧਦਾ ਹੈ ਤੇ ਬਕਸਾ ਖੋਲਦਾ ਹੈ ਤੇ ਬਕਸਾ ਖੋਲਦੇ ਹੀ ਉਹਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਜਾਂਦੀਆਂ ਹਨ। ਬਕਸੇ ਦੇ ਅੰਦਰ ਰੱਖਿਆ ਹੁੰਦਾ ਹੈ ਕਿੰਨਾ ਸਾਰਾ ਸੋਨਾ, ਹੀਰੇ, ਮੋਤੀ, ਚਾਂਦੀ ਤੇ ਹੋਰ ਵੀ ਬੜਾ ਕੁਝ। ਹਰੀ ਲਾਲ ਦੀ ਨਜ਼ਰ ਚਿਰਾਗ ਉੱਤੇ ਪੈਂਦੀ ਹੈ। ਉਹ ਚਿਰਾਗ ਨੂੰ ਚੁੱਕ ਕੇ ਹੱਥਾਂ ਨਾਲ ਸਾਫ਼ ਕਰਦਾ ਹੈ। ਜਿਵੇਂ ਹੀ ਉਹ ਸਾਫ਼ ਕਰਦਾ ਹੈ ਤੇ ਅਚਾਨਕ ਇੱਕ ਜਿੰਨ ਉਹਦੇ ਸਾਹਮਣੇ ਆ ਜਾਂਦਾ ਹੈ। ਜਿੰਨ ਨੂੰ ਵੇਖ ਕੇ ਦੋਵਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਜਾਂਦੀਆਂ ਨੇ। ਦੋਵੇਂ ਕੰਬਣਾ ਵੀ ਸ਼ੁਰੂ ਕਰ ਦਿੰਦੇ ਹਨ। ਹਰੀ ਲਾਲ ਹਿੰਮਤ ਕਰਕੇ ਕਹਿੰਦਾ ਹੈ, ਕੀ ਤੂੰ ਸਾਨੂੰ ਧਨਵਾਨ ਬਣਾ ਸਕਦਾ ਏ? ਹਾਂ, ਕਿਉਂ ਨਹੀਂ। ਤੁਹਾਡੇ ਕੋਲ 2 ਰਾਸਤੇ ਨੇ। ਜਾਂ ਤਾਂ ਕੋਈ ਵੀ ਇੱਕ ਇੱਛਾ ਮੰਗ ਲਿਓ, ਉਹ ਮੈਂ ਪੂਰੀ ਕਰ ਦਿਆਂਗਾ, ਜਾਂ ਫਿਰ ਤੁਹਾਡੇ ਸਾਹਮਣੇ ਜੋ ਵੀ ਖਜ਼ਾਨਾ ਹੈ ਤੁਸੀਂ ਉਹਨੂੰ ਰੱਖ ਲਿਓ। ਬੋਲੋ, ਕੀ ਚਾਹੁੰਦੇ ਹੋ ਤੁਸੀਂ? ਹਰੀ ਲਾਲ ਤੇ ਭੋਲਾ ਪ੍ਰਸਾਦ ਖੁਸ਼ ਹੋ ਜਾਂਦੇ ਹਨ ਤੇ ਇੱਕ ਦੂਜੇ ਵੱਲ ਵੇਖਦੇ ਹਨ। ਉਹ ਸੋਚ ਵਿੱਚ ਪੈ ਜਾਂਦੇ ਹਨ ਕਿ ਜਾਂ ਤੇ ਉਹ ਇਹੋ ਜਿਹੀ ਇੱਛਾ ਮੰਗਣ ਜੋ ਉਹਨਾਂ ਦੀ ਜ਼ਿੰਦਗੀ ਬਦਲ ਦੇਵੇ, ਜਾਂ ਫਿਰ ਖਜ਼ਾਨਾ ਲੈ ਕੇ ਚਲੇ ਜਾਣ,
ਫਿਰ ਹਰੀ ਲਾਲ ਭੋਲਾ ਪ੍ਰਸਾਦ ਦੇ ਕੰਨ ਵਿੱਚ ਕੁਝ ਕਹਿੰਦਾ ਹੈ। ਸੋਚਦੇ ਕੀ ਪਿਓ? ਖਜ਼ਾਨਾ ਚੁੱਕੋ ਜਾਂ ਫਿਰ ਇੱਛਾ ਮੰਗੋ। ਹਰੀ ਲਾਲ ਅੱਗੇ ਵੱਧਦਾ ਹੈ ਤੇ ਖਜ਼ਾਨੇ ਦੇ ਬਦਲੇ ਉਹ ਚਿਰਾਗ ਨੂੰ ਚੁੱਕ ਲੈਂਦਾ ਹੈ। ਇਹ ਵੇਖ ਕੇ ਜਿੰਨ ਨੂੰ ਬੜਾ ਗੁੱਸਾ ਆ ਜਾਂਦਾ ਹੈ। ਗੁੱਸੇ ਵਿੱਚ ਕਹਿੰਦਾ ਹੈ, ਮੂਰਖ ਇਨਸਾਨ, ਮੈਂ ਤੁਹਾਨੂੰ ਜੋ ਕਿਹਾ ਤੂੰ ਵੈਸਾ ਕੁਝ ਵੀ ਨਹੀਂ ਕੀਤਾ ਤੇ ਲਾਲਚ ਵਿੱਚ ਆ ਕੇ ਤੂੰ ਚਿਰਾਗ ਚੁੱਕ ਲਿਆ। ਸਾਨੂੰ ਮਾਫ ਕਰ ਦੇ, ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ, ਸਾਨੂੰ ਮਾਫ ਕਰ ਦੇ। ਸਾਨੂੰ ਖਜ਼ਾਨਾ ਚਾਹੀਦਾ ਸੀ, ਅਸੀਂ ਖਜ਼ਾਨਾ ਲੈ ਕੇ ਜਾਵਾਂਗੇ। ਕਾਲੇ ਜਾਦੂ ਵਿੱਚ ਕਿਸੇ ਨੂੰ ਵੀ ਦੂਜਾ ਮੌਕਾ ਨਹੀਂ ਮਿਲਦਾ। ਤੁਹਾਡੇ ਵਰਗੇ ਕਈ ਲੋਕਾਂ ਨੇ ਇਹ ਗਲਤੀ ਕੀਤੀ ਹੈ ਤਾਂ ਮੈਂ ਆਪਣੇ ਕਾਲੇ ਜਾਦੂ ਨਾਲ ਉਹਨਾਂ ਨੂੰ ਪੱਥਰ ਬਣਾ ਦਿੱਤਾ ਤੇ ਹੁਣ ਤੁਹਾਡਾ ਦੋਵਾਂ ਦਾ ਵੀ ਉਹੀ ਹਾਲ ਹੋਊਗਾ ਜੋ ਉਹਨਾਂ ਦਾ ਹੋਇਆ ਸੀ। ਜਿੰਨ ਆਪਣੇ ਕਾਲੇ ਜਾਦੂ ਨਾਲ ਦੋਵਾਂ ਨੂੰ ਪੱਥਰ ਬਣਾ ਦਿੰਦਾ ਹੈ। ਦੋਵੇਂ ਪੱਥਰ ਬਣ ਜਾਂਦੇ ਹਨ। ਹੁਣ ਉਸ ਪਿੱਪਲ ਦੇ ਦਰਖਤ ਦੇ ਹੇਠਾਂ 7 ਦੀ ਜਗ੍ਹਾ 9 ਪੱਥਰ ਹੋ ਗਏ ਹਨ। ਫਿਰ ਵੇਖਿਆ ਦੋਸਤੋ, ਲਾਲਚ ਕਰਨ ਨਾਲ ਕੀ ਹੁੰਦਾ ਹੈ? ਇਸੇ ਲਈ ਕਹਿੰਦੇ ਨੇ ਲਾਲਚ ਇੱਕ ਬੁਰੀ ਬਲਾ ਹੈ।